ਦੋਸਤੋ ਮੇਰੀ ਅੱਜ ਦੀ ਇਸ ਵੀਡੀਓ ਰਿਪੋਰਟ ਵਿੱਚ ਇੱਕ ਵਾਰ ਮੈਂ ਫੇਰ ਗੱਲਬਾਤ ਕਰਾਂਗਾ ਪੰਜਾਬ ਦੇ ਜ਼ਿਲ੍ਹਾ ਮੋਗਾ ਦੇ ਪਿੰਡ ਖੋਸਾ ਕੋਟਲਾ ਦੇ ਸਰਪੰਚ ਵੀਰ ਸਿੰਘ ਦਾ ਕਤਲ ਜੋ ਕਿ ਬੀਤੇ ਮਹੀਨੇ 20 ਅਕਤੂਬਰ ਨੂੰ ਕਰਤਾ ਗਿਆ ਸੀ। ਦੋਹਰਾ ਕਤਲ ਕਾਂਡ ਸੀ। ਵੀਰ ਸਿੰਘ ਦੇ ਨਾਲ ਪੰਚ ਰਣਜੀਤ ਸਿੰਘ ਦਾ ਵੀ ਕਤਲ ਕਰਤਾ ਗਿਆ ਸੀ। ਲੇਕਿਨ ਅੱਜ ਇਸ ਰਿਪੋਰਟ ਨੂੰ ਬਣਾਉਣ ਦਾ ਮਕਸਦ, ਇਸ ਦਾ ਕਾਰਨ ਹੈ ਇੱਕ ਕ੍ਰਾਸ ਕੇਸ ਜੋ ਕਿ ਰਜਿਸਟਰ ਕਰ ਲਿਆ ਗਿਆ ਹੈ। ਇਸ ਮਾਮਲੇ ਦੇ ਜਿੰਨੇ ਵੀ ਦੋਸ਼ੀ ਸਨ ਜਾਂ ਕਹਿ ਲਈ ਕਿ ਮੁਲਜ਼ਮ ਇਸ ਵਕਤ ਤੱਕ ਹੈਗੇ ਨੇ, ਜਿਨ੍ਹਾਂ ਦੇ ਵਿੱਚੋਂ ਗੁਰਚਰਨ ਸਿੰਘ ਏਲੀਆਸ ਸੁਖਦੇਵ ਸਿੰਘ ਸੇਬੂ ਨਾਂ ਦਾ ਮੁੱਖ ਵਿਅਕਤੀ ਜਿਸਨੇ ਕਿ ਵੀਰ ਸਿੰਘ ਨੂੰ ਗੋਲੀ ਮਾਰੀ, ਇਸ ਦੇ ਨਾਲ ਜੁਗਰਾਜ ਸਰਪੰਚ ਦੀ ਆਪਾਂ ਗੱਲ ਕੀਤੀ ਸੀ, ਗੁਰਦੀਪ ਸਿੰਘ, ਮਲਕੀਤ ਸਿੰਘ ਤੇ ਕਈ ਹੋਰ ਜਿਹੜੇ ਹੋਰ ਮੁਲਜ਼ਮ ਇਸ ਮਾਮਲੇ ਦੇ ਵਿੱਚ ਨਾਮਜ਼ਦ ਕੀਤੇ ਗਏ, ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਲੇਕਿਨ ਇਸੇ ਦੌਰਾਨ ਇੱਕ ਹੋਰ ਜਿਹੜੀ ਲੇਟੈਸਟ ਡਿਵੈਲਪਮੈਂਟ ਇਸ ਕੇਸ ਦੇ ਵਿੱਚ ਹੋਈ ਉਹ ਸੀ ਇੱਕ ਕ੍ਰਾਸ ਕੇਸ ਦਾ ਰਜਿਸਟਰ ਹੋਣਾ। ਹੁਣ ਦੋਵੇਂ ਧਿਰਾਂ ਵੱਲੋਂ ਗੋਲੀ ਚੱਲੀ ਸੀ, ਝਗੜਾ ਤਾਂ ਆਪਸੀ ਹੀ ਸੀ, ਲੇਕਿਨ ਕਿਸ ਧਿਰ ਦਾ ਜ਼ਿਆਦਾ ਕਸੂਰ ਸੀ ਤੇ ਇਸ ਕ੍ਰਾਸ ਪਰਚੇ ਦਾ ਯਾਨੀ ਕਿ ਕ੍ਰਾਸ FIR ਦਾ ਮਤਲਬ ਕੀ ਹੈ। ਤਾਰਾ IPC ਦਾ ਸੈਕਸ਼ਨ 307 ਯਾਨੀ ਕਿ ਅਟੈਂਪਟ ਟੂ ਮਰਡਰ ਦਾ ਜਿਹੜਾ ਕੇਸ ਹੈ ਉਹ ਰਜਿਸਟਰ ਕੀਤਾ ਗਿਆ ਹੈ ਉਹਨਾਂ ਲੋਕਾਂ ਦੇ ਖਿਲਾਫ ਜੋ ਕਿ ਇਸ ਝਗੜੇ ਦੇ ਵਿੱਚ ਜਿਉਂਦੇ ਬਚਦੇ ਨੇ। ਇਹ ਦੱਸ ਦਈਏ ਕਿ ਸਰਪੰਚ ਵੀਰ ਸਿੰਘ ਤੇ ਉਸ ਦੇ ਨਾਲ ਪੰਚ ਰਣਜੀਤ ਸਿੰਘ, ਉਸ ਤੋਂ ਇਲਾਵਾ 3 ਹੋਰ ਵਿਅਕਤੀ ਸੀ ਜਿਨ੍ਹਾਂ ਵਿੱਚੋਂ ਤਰਨਜੀਤ ਸਿੰਘ, ਦੇਵ ਸਿੰਘ ਅਤੇ ਪਿਆਰਾ ਸਿੰਘ। ਇਹ 5 ਲੋਕ ਅਕਸਰ ਦੱਸਿਆ ਜਾਂਦਾ ਹੈ ਕਿ ਉੱਥੇ ਸੈਰ ਕਰਿਆ ਕਰਦੇ ਸਨ। ਉਸ ਦਿਨ WhatsApp ਗਰੁੱਪ ਦੇ ਵਿੱਚ ਕਿਸੇ ਗੱਲਬਾਤ ਨੂੰ ਲੈ ਕੇ ਤਲਖੀ ਹੋਈ। ਵੀਰ ਸਿੰਘ ਰੋਜ਼ਾਨਾ ਵਾਂਗ ਹੀ ਉੱਥੇ ਸੈਰ ਕਰਨ ਪਹੁੰਚਿਆ ਸੀ ਆਪਣੇ ਸਾਥੀਆਂ ਦੇ ਨਾਲ, ਲੇਕਿਨ 1.5 ਦਰਜਨ ਹਮਲਾਵਰਾਂ ਨੇ ਘੇਰ ਕੇ ਉਹਨਾਂ ਉੱਤੇ ਹਮਲਾ ਕੀਤਾ, ਜਿਸ ਤੋਂ ਬਾਅਦ ਦੋਵੇਂ ਧਿਰਾਂ ਵੱਲੋਂ ਕੋਸ਼ਿਸ਼ ਹੋਏਗੀ, ਵੀਰ ਸਿੰਘ ਵੱਲੋਂ ਵੀ ਗੋਲੀ ਚੱਲੀ। ਲੇਕਿਨ ਇਸ ਕ੍ਰਾਸ FIR ਜੋ ਕਿ ਗੁਰਚਰਨ ਸਿੰਘ ਸੇਬੂ ਨਾਂ ਦਾ ਜਿਹੜਾ ਮੁੱਖ ਹਮਲਾਵਰ ਵੀਰ ਸਿੰਘ ਦਾ ਕਤਲ ਕਰਨ ਵਾਲਾ ਵਿਅਕਤੀ, ਉਸ ਦੇ ਬੇਟੇ ਸੁਰਿੰਦਰਪਾਲ ਦੀ ਸ਼ਿਕਾਇਤ ਉੱਤੇ ਦਰਜ ਕੀਤੀ ਗਈ ਹੈ, ਇਹ ਆਪਣੇ ਆਪ ਵਿੱਚ ਕਈ ਸਵਾਲ ਖੜੇ ਕਰਦੀ ਹੈ ਕਿਉਂਕਿ ਇਸ ਵਕਤ ਇਸ ਮਾਮਲੇ, ਇਸ ਦੋਹਰੇ ਕਤਲ ਕੇਸ ਦੇ ਵਿੱਚ ਕੀ ਗਵਾਹਾਂ ਨੂੰ, ਵਿਟਨੈਸਿਸ ਨੂੰ, ਚਸ਼ਮਦੀਦਾਂ ਨੂੰ ਜਾਂ ਫਿਰ ਉਹ ਧਿਰ ਜੋ ਕਿ ਵੀਰ ਸਿੰਘ ਦੇ ਪਾਸੇ ਦੀ ਧਿਰ ਸੀ ਉਸ ਨੂੰ ਡਰਾ ਕੇ, ਉਸ ਨੂੰ ਕ੍ਰਾਸ ਪਰਚਿਆਂ ਦਾ ਡਰ ਦਿਖਾ ਕੇ ਪਿੰਡ ਦੇ ਜਿਹੜੇ ਜ਼ਿਆਦਾ ਦਬੰਗ ਇਨਫਲੂਐਂਸ਼ੀਅਲ ਲੋਕ ਬਚੇ ਨੇ ਜੋ ਕਿ ਐਡੀ ਵੱਡੀ ਗਿਣਤੀ ਦੇ ਵਿੱਚ ਇਹਨਾਂ ਤੇ ਹਮਲਾ ਕਰਦੇ ਨੇ, ਕਿ ਉਹ ਇਸ ਕੋਸ਼ਿਸ਼ ਦੇ ਵਿੱਚ ਕਾਮਯਾਬ ਹੋ ਕੇ ਅਦਾਲਤੀ ਮੁਕੱਦਮਿਆਂ 'ਚੋਂ ਆਪਣੇ ਆਪ ਨੂੰ ਬਰੀ ਕਰਵਾ ਲੈਣਗੇ, ਦੋਸ਼ ਮੁਕਤ ਕਰਵਾ ਲੈਣਗੇ। ਵੱਡਾ $1 ਮਿਲੀਅਨ ਕੁਐਸਚਨ ਇਹ ਹੈ ਕਿਉਂਕਿ ਇਸ ਕ੍ਰਾਸ ਪਰਚੇ ਦਾ ਮਤਲਬ ਕੋਈ ਬਣਦਾ ਨਹੀਂ ਸੀ। ਬੇਸ਼ੱਕ ਝਗੜਾ ਹੋਇਆ ਸੀ, ਦੋਵੇਂ ਧਿਰਾਂ ਵੱਲੋਂ ਗੋਲੀ ਚੱਲੀ ਸੀ, ਲੇਕਿਨ ਕਈ ਦਿਨਾਂ ਬਾਅਦ ਇਹ ਕ੍ਰਾਸ ਕੇਸ ਰਜਿਸਟਰ ਹੁੰਦਾ ਹੈ, ਜਿਸ ਤੋਂ ਬਾਅਦ 2 ਵਿਅਕਤੀ, ਇਨਫੈਕਟ ਜਿਹੜਾ ਦੇਵ ਸਿੰਘ ਨਾਂ ਦਾ ਵਿਅਕਤੀ ਹੈ ਕਾਫੀ ਬਜ਼ੁਰਗ ਦੱਸਿਆ ਜਾਂਦਾ ਹੈ, ਪਿਆਰਾ ਸਿੰਘ ਵੀ ਕੋਈ ਅਜਿਹਾ ਵਿਅਕਤੀ ਨਹੀਂ ਹੈ ਜਿਸ ਦੀ ਕੋਈ ਵੀ ਡਾਇਰੈਕਟ ਇਨਵੋਲਵਮੈਂਟ ਇਸ ਝਗੜੇ ਦੇ ਵਿੱਚ ਸੀ। ਇਹਨਾਂ ਦਾ ਕਸੂਰ ਸਿਰਫ ਇਹੀ ਸੀ ਕਿ ਇਹ ਵੀਰ ਸਿੰਘ ਦੇ ਨਾਲ ਉਸ ਥਾਂ ਦੇ ਉੱਤੇ ਮੌਜੂਦ ਸੀ। ਕ੍ਰਾਸ ਪਰਚਾ ਜਿਹੜਾ ਸੁਰਿੰਦਰਪਾਲ ਵੱਲੋਂ ਦਰਜ ਕਰਾਇਆ ਗਿਆ ਇਸ ਕੇਸ ਦੇ ਵਿੱਚ, ਉਸ ਦੇ ਕੰਟੈਂਟਸ ਮੈਂ ਤੁਹਾਨੂੰ ਦਿਖਾਉਣਾ ਜ਼ਰੂਰ ਚਾਹਾਂਗਾ ਕਿਉਂਕਿ ਇਸ ਕ੍ਰਾਸ ਪਰਚੇ ਨੂੰ ਦੇਖ ਕੇ ਤਾਂ ਇੰਜ ਪ੍ਰਤੀਤ ਹੋ ਰਿਹਾ, ਇਸ ਨੂੰ ਪੜ੍ਹ ਕੇ ਇੰਜ ਪ੍ਰਤੀਤ ਹੁੰਦਾ ਹੈ ਕਿ ਵੀਰ ਸਿੰਘ ਇੱਕ ਸ਼ਕਤੀਮਾਨ ਸੀ ਜੋ ਕਿ ਆਪਣੇ ਮੱਥੇ ਉੱਤੇ, ਆਪਣੇ ਸਰੀਰ ਉੱਤੇ ਗੋਲੀਆਂ ਲੱਗਣ ਤੋਂ ਬਾਅਦ ਵੀ ਆਪਣੇ ਲਾਇਸੈਂਸੀ ਰਿਵਾਲਵਰ ਦੇ ਨਾਲ ਤਾਬੜਤੋੜ ਗੋਲੀਆਂ ਚਲਾਉਂਦਾ ਰਿਹਾ ਤੇ ਵਿਰੋਧੀ ਧਿਰ ਦੇ ਉੱਤੇ ਗੋਲੀਆਂ ਚਲਾ ਕੇ ਉਸਨੇ ਨੌਬਤ ਇੱਥੋਂ ਤੱਕ ਲਿਆਂਦੀ, ਜਿਸ ਤੋਂ ਬਾਅਦ ਕਿ ਉਸਦੇ ਸਾਥੀਆਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ। ਸੋ ਇਸ ਕ੍ਰਾਸ ਕੇਸ ਦਾ ਮਕਸਦ ਕੀ ਹੈ, ਅੱਜ ਇਹ ਸਮਝਣ ਦੀ ਕੋਸ਼ਿਸ਼ ਕਰਾਂਗੇ। ਹਾਲਾਂਕਿ ਇੱਥੇ ਐਜ਼ ਵੀ ਮੇਕ ਦਿਸ ਰਿਪੋਰਟ ਆਪਾਂ ਇਹ ਵੀ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਇਸ ਮਾਮਲੇ ਵਿੱਚ ਇੱਕ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣ ਚੁੱਕੀ ਹੈ। ਪੁਲਿਸ ਨੇ ਇੱਕ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾਤੀ ਹੈ, ਲੇਕਿਨ ਵੱਡਾ ਸਵਾਲ ਹੈ ਕਿ ਕੀ ਇਹਨਾਂ ਕ੍ਰਾਸ ਮੁਕੱਦਮਿਆਂ ਨੂੰ ਦਰਜ ਕਰਕੇ ਇੱਕ ਪੱਖ ਨੂੰ, ਇੱਕ ਧਿਰ ਨੂੰ ਯਾਨੀ ਕਿ ਚਸ਼ਮਦੀਦਾਂ, ਵਿਟਨੈਸਿਸ ਨੂੰ ਅਦਾਲਤਾਂ ਦੇ ਵਿੱਚ ਗਵਾਹੀਆਂ ਤੋਂ ਮੁਕਰਵਾਇਆ ਜਾਏਗਾ। ਇਸ ਕੇਸ ਦੇ ਵਿੱਚ ਨੌਬਤ ਦੱਸਿਆ ਜਾਂਦਾ ਹੈ ਕਿ ਇੱਥੋਂ ਤੱਕ ਵੀ ਆ ਪਹੁੰਚੀ ਕਿ ਇਸ ਕੇਸ ਦੇ ਵਿੱਚ ਵੀਰ ਸਿੰਘ ਦੇ ਫਿਲੀਪੀਨਸ ਦੇ ਵਿੱਚ ਬੈਠੇ 2 ਬੇਟਿਆਂ ਨੂੰ ਵੀ ਨਾਮਜ਼ਦ ਕਰਨ ਦਾ ਪ੍ਰੈਸ਼ਰ ਪੁਲਿਸ ਉੱਤੇ ਰਿਹਾ। ਹੁਣ ਤੁਸੀਂ ਇਮੇਜਿਨ ਕਰ ਸਕਦੇ ਹੋ ਕਿ ਵੀਰ ਸਿੰਘ ਤੇ ਰਣਜੀਤ ਸਿੰਘ ਦਾ ਕਤਲ ਕਰਤਾ ਜਾਂਦਾ ਹੈ। ਪੂਰੀ ਦੀ ਪੂਰੀ ਘਟਨਾ ਆਪਾਂ ਤੁਹਾਨੂੰ ਪਿਛਲੀ ਆਪਣੀ ਰਿਪੋਰਟ ਦੇ ਵਿੱਚ ਦੱਸੀ, ਲੇਕਿਨ ਇਸ ਦੇ ਬਾਵਜੂਦ ਫਿਲੀਪੀਨਸ ਦੇ ਵਿੱਚ ਬੈਠੇ ਉੱਥੇ ਉਹਦੇ ਬੇਟੇ ਜੋ ਕਿ ਇਸ ਵਕਤ ਪੰਜਾਬ ਆਏ ਹੋਏ ਨੇ, ਉਹਨਾਂ ਨੂੰ ਵੀ ਇਹਨਾਂ ਕੇਸਾਂ ਦੇ ਵਿੱਚ ਨਾਮਜ਼ਦ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਸੋ ਮੁੱਖ ਤੌਰ ਤੇ ਵੀਰ ਸਿੰਘ ਦੇ ਨਾਲ ਤੇ ਰਣਜੀਤ ਸਿੰਘ ਦੇ ਨਾਲ, ਜਿਨ੍ਹਾਂ ਦੀ ਮੌਤ ਹੋ ਚੁੱਕੀ ਹੈ, ਤਰਨਜੀਤ ਸਿੰਘ ਨਾਂ ਦਾ ਇੱਕ ਵਿਅਕਤੀ ਸੀ ਜਿਸਨੇ ਕਿ ਇਸ ਪੂਰੀ ਦੀ ਪੂਰੀ ਝਗੜੇ ਦੇ ਵਿੱਚ ਹਿੱਸਾ ਵੀ ਲਿਆ। ਇਸ ਵਕਤ ਉਹਨੂੰ ਗ੍ਰਿਫਤਾਰ ਵੀ ਕੀਤਾ ਗਿਆ ਹੈ, ਉਸ ਨੂੰ ਸੱਟਾਂ ਵੀ ਵੱਜੀਆਂ, ਉਹ ਜੇਲ੍ਹ ਦੇ ਵਿੱਚ ਵੀ ਇਸ ਵਕਤ ਵਾਪਸ ਪਹੁੰਚ ਚੁੱਕਾ ਦੱਸਿਆ ਜਾਂਦਾ ਹੈ। 2 ਜਿਹੜੇ ਹੋਰ ਚਸ਼ਮਦੀਦ ਇਸ ਕੇਸ ਦੇ, ਦੇਵ ਸਿੰਘ ਤੇ ਪਿਆਰਾ ਸਿੰਘ। ਹੁਣ ਦੇਵ ਸਿੰਘ ਇੱਕ ਬਜ਼ੁਰਗ ਵਿਅਕਤੀ ਹੈ ਜਿਸ ਦੀ ਉਮਰ ਵੀ ਉਨੀ ਨਹੀਂ ਹੈ ਤੇ ਇਸ ਝਗੜੇ ਦੇ ਨਾਲ ਉਸ ਦਾ ਲੈਣਾ ਦੇਣਾ ਕੁਝ ਨਹੀਂ ਸੀ। ਆਪਣੀ ਪਤਨੀ ਜੋ ਕਿ ਇੱਕ ਬਜ਼ੁਰਗ ਮਹਿਲਾ ਹੈ, ਉਸ ਦੇ ਨਾਲ ਪਿੰਡ ਦੇ ਵਿੱਚ ਰਹਿੰਦਾ ਹੈ। ਇਸ ਦੇ ਬੱਚੇ ਜ਼ਿਆਦਾ ਬਾਹਰ ਸੈਟਲ ਹੈਗੇ ਨੇ। ਇਹ ਉਸ ਥਾਂ ਦੇ ਉੱਤੇ ਵੀਰ ਸਿੰਘ ਦੇ ਨਾਲ ਪਿੰਡ ਦਾ ਸਰਪੰਚ ਹੋਣ ਦੇ ਨਾਤੇ ਸੀ, ਕਿਸੇ ਲੜਾਈ ਝਗੜਾ ਕਰਨ ਇਹ ਲੋਕ ਨਹੀਂ ਗਏ ਸੀ। FIR ਦੇ ਵਿੱਚ ਜੋ ਫੈਕਟ ਦਿੱਤੇ ਗਏ ਨੇ, ਸੁਰਿੰਦਰਪਾਲ ਸਿੰਘ ਜੋ ਕਿ ਉਹ ਖੁਦ ਇਸ ਹਮਲੇ ਦੇ ਵਿੱਚ ਫੱਟੜ ਵੀ ਹੋਇਆ, ਜੋ ਕਿ ਮੇਨ ਗੁਰਚਰਨ ਸਿੰਘ ਸੇਬੂ ਹਮਲਾਵਰ ਜਿਸਨੇ ਗੋਲੀ ਮਾਰੀ ਵੀਰ ਸਿੰਘ ਉਸਦਾ ਬੇਟਾ ਹੈ, ਉਸ ਵੱਲੋਂ ਦੱਸਿਆ ਇਹ ਜਾਂਦਾ ਹੈ ਕਿ ਵਿਰੋਧੀ ਧਿਰ ਯਾਨੀ ਕਿ ਵੀਰ ਸਿੰਘ ਕੋਲ ਇੱਕ ਪਿਸਤੌਲ ਸੀ, ਇੱਕ ਗੰਡਾਸਾ ਸੀ, ਰਣਜੀਤ ਸਿੰਘ ਕੋਲ ਤੇ ਤਰਨਜੀਤ ਕੋਲ ਇੱਕ ਕਿਰਪਾਨ ਸੀ। ਸੋ ਇਹ ਲੋਕ ਹਥਿਆਰਬੰਦ ਹੋ ਕੇ ਆਏ ਸੀ। ਕਰਵਾਈ ਗਈ ਇਸ ਕ੍ਰਾਸ ਕੰਪਲੇਂਟ ਦੇ ਵਿੱਚ ਆਪਣੇ ਕੋਲ ਮੌਜੂਦ ਹਥਿਆਰਾਂ ਦਾ ਜ਼ਿਕਰ ਨਾ ਕਰਕੇ
ਉਲਟਾ ਵੀਰ ਸਿੰਘ ਦੇ ਨਾਲ ਹੀ ਕੁਝ ਅਣਪਛਾਤੇ ਲੋਕਾਂ ਦੇ ਹੋਣ ਦੀ ਗੱਲ ਕਹਿਤੀ ਗਈ। ਇਹ FIR ਜਿਹੜੀ ਹੈ ਉਸ ਦੇ ਵਿੱਚ ਸ਼ਿਕਾਇਤ ਜਿਹੜੀ ਦਿੱਤੀ ਗਈ ਹੈ, ਇਹ ਦਿਖਣ ਦੇ ਵਿੱਚ ਤੇ ਸੁਣਨ ਦੇ ਵਿੱਚ ਤੁਹਾਨੂੰ ਹੈਰਾਨ ਕਰ ਦੇਗੀ। ਹੁਣ ਇਸ FIR ਦੇ ਵਿੱਚ ਕਿਹਾ ਇਹ ਜਾਂਦਾ ਹੈ ਕਿ ਜਦੋਂ ਝਗੜਾ ਸ਼ੁਰੂ ਹੋ ਜਾਂਦਾ ਹੈ ਉਸ ਵਕਤ ਦੇਵ ਸਿੰਘ ਨਾਂ ਦੇ ਇਸ ਵਿਅਕਤੀ ਨੇ ਲਲਕਾਰਾ ਛੱਡਿਆ ਤੇ ਕਿਹਾ ਕਿ ਗੋਲੀ ਚਲਾਏ। ਕੌਣ ਗੋਲੀ ਚਲਾਏ? ਵੀਰ ਸਿੰਘ। ਜਿਸ ਤੋਂ ਬਾਅਦ ਵੀਰ ਸਿੰਘ ਨੇ ਪਿਸਤੌਲ ਕੱਢ ਕੇ ਗੋਲੀ ਚਲਾਤੀ। ਸੁਰਿੰਦਰਪਾਲ ਵੱਲੋਂ FIR ਦੇ ਵਿੱਚ ਲਿਖਿਆ ਜਾਂਦਾ ਹੈ ਕਿ ਮੇਰਾ ਬਾਪੂ ਸੁਖਦੇਵ ਸਿੰਘ ਏਲੀਅਸ ਗੁਰਚਰਨ ਸਿੰਘ, ਮਲਕੀਤ ਸਿੰਘ, ਰਣਜੀਤ ਸਿੰਘ, ਸੋਹਣ ਸਿੰਘ ਅਤੇ ਇੱਕ ਹੋਰ ਬੰਦਾ ਜਿਸ ਦਾ ਨਾਮ ਮੈਂ ਨਹੀਂ ਜਾਣਦਾ, ਪੰਜੇ ਆਪਦੀ ਆਲਟੋ ਗੱਡੀ ਜਿਸ ਦਾ ਨੰਬਰ PB29M6465 ਸੀ ਗਲੋਟੀ ਵਾਲੀ ਨਹਿਰ ਤੇ ਚਲੇ ਜਾਂਦੇ ਨੇ ਤੇ ਦੂਜੇ ਪਾਸੇ ਨਿੰਮੇ ਪ੍ਰਧਾਨ ਦੀ ਮੋਟਰ ਉੱਤੇ ਵੀਰ ਸਿੰਘ, ਰਣਜੀਤ ਸਿੰਘ, ਤਰਨਜੀਤ ਸਿੰਘ, ਦੇਵ ਸਿੰਘ, ਪਿਆਰਾ ਸਿੰਘ, ਬਲਵਿੰਦਰ ਸਿੰਘ ਫੌਜੀ ਬੈਠੇ ਸਨ ਅਤੇ ਕੁਲਦੀਪ ਸਿੰਘ, ਜਰਨੈਲ ਸਿੰਘ ਵਾਸੀਆਂ ਖੋਸਾ ਕੋਟਲਾ ਅਤੇ ਇਹਨਾਂ ਨਾਲ 7 ਤੋਂ 8 ਮੋਟਰਸਾਈਕਲ ਸਵਾਰ 14 ਤੋਂ 15 ਬੰਦੇ, ਯਾਨੀ ਕਿ 7 ਤੋਂ 8 ਮੋਟਰਸਾਈਕਲ ਉੱਤੇ ਸਵਾਰ 14 ਤੋਂ 15 ਅਣਪਛਾਤੇ ਵਿਅਕਤੀ ਸੀ ਜੋ ਖੜੇ ਸੀ। ਵੀਰ ਸਿੰਘ ਪਾਸ ਪਿਸਟਲ ਸੀ, ਤਰਨਜੀਤ ਸਿੰਘ ਪਾਸ ਗੰਡਾਸੀ ਸੀ ਅਤੇ ਰਣਜੀਤ ਸਿੰਘ ਪਾਸ ਕਿਰਪਾਨ ਸੀ। ਜੋ ਮੋਟਰਸਾਈਕਲ ਸਵਾਰ ਸਨ ਉਹਨਾਂ ਪਾਸ ਖੰਡੇ ਕਿਰਪਾਨਾਂ ਸੀ। ਸਾਡੀ ਆਪਸ ਵਿੱਚ ਬਹਿਸਬਾਜ਼ੀ ਸ਼ੁਰੂ ਹੋ ਗਈ। ਤਰਨਜੀਤ ਨੇ ਮੇਰੇ ਨਾਲ ਹੱਥੋਂ-ਪਾਈ ਕੀਤੀ। ਇੰਨੇ ਵਿੱਚ ਤਰਨਜੀਤ ਅਤੇ ਦੇਵ ਸਿੰਘ ਨੇ ਵੀਰ ਸਿੰਘ ਨੂੰ ਫਾਇਰ ਕਰਨ ਲਈ ਕਿਹਾ ਤਾਂ ਵੀਰ ਸਿੰਘ ਨੇ ਆਪਣੇ ਪਿਸਟਲ ਨਾਲ ਗੋਲੀ ਚਲਾਉਣ ਲਈ ਪਿਸਟਲ ਮੇਰੇ ਬਾਪੂ ਵੱਲ ਸਿੱਧਾ ਕਰ ਦਿੱਤਾ। ਮੈਂ ਤਰਨਜੀਤ ਸਿੰਘ ਨੂੰ ਧੱਕਾ ਦੇ ਕੇ ਬਾਪੂ ਗੁਰਚਰਨ ਸਿੰਘ ਦੇ ਅੱਗੇ ਖੜਾ ਹੋ ਗਿਆ ਤਾਂ ਵੀਰ ਸਿੰਘ ਨੇ ਆਪਣੇ ਪਿਸਟਲ ਨਾਲ ਫਾਇਰ ਕਰ ਦਿੱਤਾ ਜੋ ਮੇਰੇ ਸੱਜੇ ਸ਼ੋਲਡਰ ਉੱਤੇ ਲੱਗਾ। ਨਾਲ ਹੀ ਦੂਜਾ ਫਾਇਰ ਕੀਤਾ ਜੋ ਮੇਰੇ ਗਲੇ ਪਰ ਲੱਗਾ। ਮੈਂ ਡਿੱਗ ਗਿਆ ਤਾਂ ਮੇਰੇ ਬਾਪੂ ਨੇ ਆਪਣਾ ਰਿਵਾਲਵਰ 32 ਬੋਰ ਕੱਢ ਕੇ ਸਰਪੰਚ ਵੀਰ ਸਿੰਘ ਪਰ ਫਾਇਰ ਕੀਤਾ ਜੋ ਵੀਰ ਸਿੰਘ ਦੇ ਸਿਰ ਮੱਥੇ ਪਰ ਲੱਗਿਆ ਤਾਂ ਰਣਜੀਤ ਸਿੰਘ ਜਿਸ ਪਾਸ ਕਿਰਪਾਨ ਸੀ ਉਹ ਬਾਪੂ ਦੇ ਰਿਵਾਲਵਰ ਵਾਲੇ ਹੱਥ ਪਰ ਕਿਰਪਾਨ ਮਾਰਨ ਲੱਗਾ ਤਾਂ ਵੀਰ ਸਿੰਘ ਸਰਪੰਚ ਨੇ ਆਪਣੇ ਪਿਸਟਲ ਨਾਲ ਫਾਇਰ ਕਰ ਦਿੱਤਾ ਜੋ ਰਣਜੀਤ ਸਿੰਘ ਦੀ ਵੱਖੀ ਵਿੱਚ ਲੱਗਿਆ ਜਿਸ ਨਾਲ ਰਣਜੀਤ ਸਿੰਘ ਡਿੱਗ ਪਿਆ। ਮਲਕੀਤ ਸਿੰਘ ਨੇ ਆਪਣੀ ਕਿਰਪਾਨ ਕਵਰ ਸਮੇਤ ਵੀਰ ਸਿੰਘ ਦੇ ਹੱਥ ਪਰ ਮਾਰੀ ਤਾਂ ਵੀਰ ਸਿੰਘ ਨੇ ਮਲਕੀਤ ਸਿੰਘ ਪਰ ਫਾਇਰ ਕਰ ਦਿੱਤਾ ਜੋ ਮਲਕੀਤ ਸਿੰਘ ਦੇ ਸਿਰ ਕੋਲੋਂ ਖਹਿ ਕੇ ਲੰਘ ਗਿਆ। ਦੂਜਾ ਫਾਇਰ ਮਾਰਿਆ ਤਾਂ ਮਨਜੀਤ ਸਿੰਘ ਦੇ ਪੱਟ ਵਿੱਚ ਜਾ ਲੱਗਾ। ਮਲਕੀਤ ਸਿੰਘ ਡਿੱਗ ਗਿਆ ਤਾਂ ਮੇਰੇ ਬਾਪੂ ਨੇ ਆਪਣੇ ਰਿਵਾਲਵਰ ਦਾ ਫਾਇਰ ਫੇਰ ਸਿੰਘ ਪਰ ਕੀਤਾ ਜੋ ਇਸ ਦੇ ਸੱਜੇ ਸ਼ੋਲਡਰ ਉੱਤੇ ਲੱਗਾ। ਮੈਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਵੀਰ ਸਿੰਘ ਦੇ ਬੇਟਿਆਂ ਨੂੰ ਇਸ ਕੇਸ ਦੇ ਵਿੱਚ ਇਨਵੋਲਵ ਕਰਨ ਦਾ ਮਕਸਦ ਤੇ ਮਨੋਰਥ ਇਹੀ ਪ੍ਰਾਈਮ ਫੇਸਾਈ ਜਾਪਦਾ ਹੈ ਕਿ ਮਾਮਲੇ ਦੀ ਪੈਰਵੀ ਕਰਨ ਵਾਲੀ ਜਿਹੜੀ ਧਿਰ ਹੈ, ਪੱਖ ਨੇ, ਇਸ ਕੇਸ ਦੇ ਜਿਹੜੇ ਗਵਾਹ ਨੇ ਉਹ ਕਮਜ਼ੋਰ ਹੋਣ। ਇਹ ਸਾਡੇ ਸਿਸਟਮ ਦੀ ਤਰਾਸਦੀ ਹੈ। ਫਰਸਟ ਇਨਫੋਰਮੇਸ਼ਨ ਰਿਪੋਰਟ ਜੋ ਵੀ ਸ਼ਿਕਾਇਤਕਰਤਾ ਪੁਲਿਸ ਕੋਲ ਆਉਂਦਾ ਹੈ ਉਸ ਦੇ ਕਹੇ ਮੁਤਾਬਕ, ਉਸ ਦੀ ਸ਼ਿਕਾਇਤ ਮੁਤਾਬਕ ਹੀ ਦਰਜ ਹੋਣੀ ਚਾਹੀਦੀ ਹੈ। ਇਹ ਦੇਸ਼ ਦਾ ਕਾਨੂੰਨ ਵੀ ਹੈ। ਇਵਨ ਸੁਪਰੀਮ ਕੋਰਟ ਤੱਕ ਇੱਥੇ ਕਹਿੰਦੇ ਨੇ ਕਿ ਤੁਸੀਂ FIR ਦੇ ਵਿੱਚ ਸਾਰੇ ਦੇ ਸਾਰੇ ਫੈਕਟਸ ਜਾਂ ਜੋ ਵੀ ਗੱਲਾਂ ਬਾਤਾਂ ਦੱਸੀਆਂ ਜਾਂਦੀਆਂ ਨੇ ਉਹਨਾਂ ਨੂੰ ਦਰਜ ਕਰੋ, ਉਸ ਬੇਸ ਉੱਤੇ ਪੜਤਾਲ ਕਰੋ। ਲੇਕਿਨ ਇਸ ਕੇਸ ਦੇ ਵਿੱਚ ਜਿਹੜਾ ਦਬਾਅ ਪਾਉਣ ਦੀਆਂ ਕੋਸ਼ਿਸ਼ਾਂ ਹੁਣ ਬਚੇ ਚਸ਼ਮਦੀਦਾਂ ਉੱਤੇ, ਕਿਉਂਕਿ ਹੁਣ ਪਿੰਡ ਦੇ ਵਿੱਚ ਇੱਕ ਧਿਰ ਦਾ ਪਲੜਾ ਭਾਰੀ ਹੋ ਗਿਆ। ਐਡੇ ਵੱਡੇ ਖੂਨ ਖਰਾਬੇ ਤੋਂ ਬਾਅਦ, ਸਰਪੰਚ ਦੇ 5 ਦੇ ਕਤਲ ਹੋਣ ਤੋਂ ਬਾਅਦ ਜਿਹੜਾ ਵਿਅਕਤੀ ਇਸ ਪਿੰਡ ਦੇ ਵਿੱਚ ਉੱਠ ਕੇ ਪਿੰਡ ਦੇ ਇਹਨਾਂ ਦਬੰਗਾਂ, ਇਹਨਾਂ ਪ੍ਰਭਾਵਸ਼ਾਲੀ ਰਸੂਖਦਾਰ ਲੋਕ ਜੋ ਕਿ ਪਹਿਲਾਂ ਵੀ ਅਪਰਾਧਿਕ ਸਾਜ਼ਿਸ਼ਾਂ ਘੜ ਚੁੱਕੇ ਨੇ, ਅਪਰਾਧ ਕਰ ਚੁੱਕੇ ਨੇ ਤੇ ਹੁਣ ਤਾਂ ਇਹਨਾਂ ਨੇ ਇੱਕ ਡਬਲ ਮਰਡਰ ਕਰਤਾ ਹੈ। ਅਖੀਰ ਦੇ ਵਿੱਚ ਇਸ ਕੇਸ ਨੇ ਅਦਾਲਤ ਦੇ ਵਿੱਚ ਪਹੁੰਚਣਾ ਤੇ ਅਦਾਲਤ ਨੇ ਗਵਾਹਾਂ ਨੂੰ ਸੁਣਨਾ ਹੈ, ਅਦਾਲਤ ਨੇ ਐਵੀਡੈਂਸਿਸ ਨੂੰ ਸੁਣਨਾ ਹੈ। ਸਭ ਤੋਂ ਅਹਿਮ ਗੱਲ ਅਜੇ ਤੱਕ ਦੀ ਜਿਹੜੀ ਤਫਤੀਸ਼ ਦੀ ਹੈ ਉਹ ਇਹ ਹੈ ਕਿ ਉਹ ਪਿਸਤੌਲ ਜਿਹੜੀ ਕਿ ਵੀਰ ਸਿੰਘ ਦੀ ਪਿਸਤੌਲ ਸੀ, ਜੋ ਮੇਰੀ ਜਾਣਕਾਰੀ ਹੈ ਇਸ ਵਕਤ ਤੱਕ ਉਸ ਪਿਸਤੌਲ ਨੂੰ ਬਰਾਮਦ ਨਹੀਂ ਕੀਤਾ ਜਾ ਚੁੱਕਾ ਹੈ। ਹੁਣ ਉਹ ਧਿਰ ਯਾਨੀ ਕਿ ਉਸ ਵਕਤ ਇਲਜ਼ਾਮ ਇਹ ਲੱਗੇ ਸੀ ਤੇ ਇਹ ਫੈਕਟ ਰਹੇ ਵੀ ਹੋ ਸਕਦੇ ਨੇ ਕਿ ਵੀਰ ਸਿੰਘ ਦੀ ਪਿਸਤੌਲ ਖੋ ਕੇ ਹੀ ਫਾਇਰਿੰਗ ਵਗੈਰਾ ਕੀਤੀ ਗਈ। ਉਸ ਦੀ ਪਿਸਤੌਲ ਦੇ ਨਾਲ ਹੀ ਕੁਝ ਗੋਲੀਆਂ ਚਲਾਤੀਆਂ ਗਈਆਂ ਤੇ ਗੋਲੀਆਂ ਕੁਝ ਲੋਕਾਂ ਨੂੰ ਲੱਗੀਆਂ ਹੋ ਵੀ ਸਕਦੀਆਂ। ਸੋ ਉਹ ਜਿਹੜੀ ਪਿਸਤੌਲ ਵੀਰ ਸਿੰਘ ਜਿਸ ਦੇ ਨਾਲ ਹੀ ਗੋਲੀਆਂ ਚੱਲੀਆਂ, ਹਾਲਾਂਕਿ ਵੀਰ ਸਿੰਘ ਨੂੰ ਲੱਗਣ ਵਾਲੀ ਗੋਲੀ 32 ਬੋਰ ਦੇ ਵੈਪਨ ਚੋਂ ਆਈ ਸੀ ਜਾਂ ਕੋਈ ਹੋਰ ਜਿਹੜਾ ਵੈਪਨ ਸੀ ਉਸ ਦਾ ਫਾਇਰ ਸੀ, ਲੇਕਿਨ ਵੀਰ ਸਿੰਘ ਦੀ ਪਿਸਤੌਲ ਤੋਂ ਚੱਲੀ ਗੋਲੀਆਂ ਹੋਰ ਵਿਅਕਤੀਆਂ ਨੂੰ ਲੱਗੀਆਂ। ਇਹ ਐਵੀਡੈਂਸਿਸ ਬਾਅਦ ਚ ਵੀ ਕ੍ਰੀਏਟ ਕੀਤੇ ਗਏ ਹੋ ਸਕਦੇ ਨੇ। ਹੁਣ ਇਸ ਕੇਸ ਦੇ ਵਿੱਚ ਚਸ਼ਮਦੀਦਾਂ ਦੇ ਮੁਤਾਬਕ ਸਭ ਤੋਂ ਪਹਿਲਾਂ ਰਣਜੀਤ ਸਿੰਘ ਜੋ ਕਿ ਨੌਜਵਾਨ ਸੀ ਤੇ ਹਮੇਸ਼ਾ ਹੀ ਵੀਰ ਸਿੰਘ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਦਾ ਸੀ, ਕਹਿੰਦਾ ਵੀ ਸੀਗਾ ਪਿੰਡ ਦੇ ਵਿੱਚ ਜੇ ਸਰਪੰਚ ਦੇ ਉੱਤੇ ਕੋਈ ਵੀ ਵਿਪਦਾ ਆਏਗੀ ਤਾਂ ਉਹ ਸਭ ਤੋਂ ਅੱਗੇ ਹੋਏਗਾ ਤੇ ਇਹੀ ਹੋਇਆ ਵੀ। ਉਸ ਦਿਨ ਦੱਸਿਆ ਜਾਂਦਾ ਕਿ ਸਭ ਤੋਂ ਪਹਿਲਾਂ ਰਣਜੀਤ ਸਿੰਘ ਨੂੰ ਹੀ ਕਤਲ ਕੀਤਾ ਗਿਆ, ਲੇਕਿਨ ਇਸ ਕ੍ਰਾਸ FIR ਦੇ ਵਿੱਚ ਸਥਿਤੀ ਜਾਂ ਪੂਰੀ ਦੀ ਪੂਰੀ ਘਟਨਾਵਾਂ ਦੇ ਵੇਰਵੇ ਨੂੰ ਇੱਕ ਵੱਖਰੇ ਤਰੀਕੇ ਦੇ ਨਾਲ ਦਰਸਾਇਆ ਗਿਆ ਹੈ। ਬੜੇ ਵੱਡੇ ਸਵਾਲ ਖੜੇ ਹੁੰਦੇ ਨੇ। ਉਹ ਜਿਹੜਾ ਵੈਪਨ ਵੀਰ ਸਿੰਘ ਦਾ ਵਰਤਿਆ ਗਿਆ ਜਾਂ ਵੀਰ ਸਿੰਘ ਦਾ ਆਪਣਾ ਲਾਇਸੈਂਸੀ ਵੈਪਨ ਸੀ, ਅਜੇ ਤੱਕ ਉਸ ਦੀ ਰਿਕਵਰੀ ਜਾਂ ਇਸ ਘਟਨਾ ਦੇ ਹੋਣ ਦੇ ਕਈ ਹਫ਼ਤੇ ਬੀਤਣ ਤੋਂ ਬਾਅਦ ਵੀ ਇਹ ਰਿਕਵਰੀ ਨਾ ਹੋ ਪਾਣਾ ਤੇ ਜਿਹੜਾ ਦੂਸਰਾ ਪੱਖ ਹੈ ਯਾਨੀ ਕਿ ਵਿਰੋਧੀ ਪੱਖ ਜਿਸ ਦੇ ਵਿੱਚ ਸਾਰੇ ਮੁਲਜ਼ਮ ਸ਼ਾਮਲ ਹੈਗੇ ਨੇ ਜਿਨ੍ਹਾਂ ਨੇ ਦੋਹਰਾ ਕਤਲकांड ਕੀਤਾ, ਉਹਨਾਂ ਵੱਲੋਂ ਲਗਾਤਾਰ ਇਹੀ ਕਿਹਾ ਜਾ ਰਿਹਾ ਹੈ ਕਿ ਜਿਹੜੇ ਲੋਕ ਬਚੇ ਨੇ ਯਾਨੀ ਕਿ ਦੇਵ ਸਿੰਘ ਜਾਂ ਪਿਆਰਾ ਸਿੰਘ ਜਾਂ ਤਰਨਜੀਤ ਵਰਗੇ ਲੋਕ, ਇਹਨਾਂ ਵੱਲੋਂ ਹੀ ਉਹ ਜਿਹੜੀ ਪਿਸਤੌਲ ਵੀਰ ਸਿੰਘ ਦੀ ਹੈ ਉਸ ਨੂੰ ਗਾਇਬ ਕਰਤਾ ਗਿਆ। ਹੁਣ ਇਹ ਕੀ ਸੰਭਵ ਹੈ ਕਿ ਵੀਰ ਸਿੰਘ ਦੀ ਸਰਵਿਸ ਰਿਵਾਲਵਰ ਨੂੰ ਗਾਇਬ ਕਰਤਾ ਗਿਆ ਹੋਵੇ
ਤੇ ਗਾਇਬ ਕਰਨ ਦਾ ਮਕਸਦ ਤੇ ਮਨੋਰਥ ਕੀ ਹੋ ਸਕਦਾ ਹੈ, ਇਸ ਦੇ ਪਿੱਛੇ ਕਿਸ ਦਾ ਵੈਸਟਡ ਇੰਟਰਸਟ ਹੋ ਸਕਦਾ ਹੈ। ਵੀਰ ਸਿੰਘ ਤੇ ਉਸ ਦੇ ਪੱਖ ਨੂੰ, ਵੀਰ ਸਿੰਘ ਦੀ ਮੌਤ ਹੋ ਚੁੱਕੀ ਹੈ, ਰਣਜੀਤ ਸਿੰਘ ਦੀ ਮੌਤ ਹੋ ਚੁੱਕੀ ਹੈ, ਨਾਲ ਦਾ ਇੱਕ ਸਾਥੀ ਫੱਟੜ ਹੋ ਚੁੱਕਾ ਹੈ। ਦੋ ਭਗੌੜੇ ਹੈਗੇ ਨੇ ਜੋ ਕਿ ਉਸ ਮੌਕਾ ਇਹ ਵਾਰਦਾਤ ਉੱਤੇ ਮੌਜੂਦ ਵਿਅਕਤੀ ਸਨ, ਜੋ ਕਿ ਇਸ ਕੇਸ ਦੇ ਅਹਿਮ ਵਿਟਨੈਸਿਸ ਨੇ, ਜਿਨ੍ਹਾਂ ਦੇ ਉੱਤੇ ਦਬਾਅ ਪਾਉਣ ਲਈ ਵੀ ਇੱਕ ਕ੍ਰਾਸ FIR ਰਜਿਸਟਰ ਕੀਤੀ ਗਈ ਹੋ ਸਕਦੀ ਹੈ। ਸੋ ਇਹ ਲੋਕਾਂ ਨੂੰ ਇਸ ਪਿਸਤੌਲ ਨੂੰ ਛੁਪਾਉਣ ਦਾ, ਯਾਨੀ ਕਿ ਵੀਰ ਸਿੰਘ ਦੀ ਪਿਸਤੌਲ ਨੂੰ ਛੁਪਾਉਣ ਦਾ ਕੋਈ ਕਾਰਨ ਜਾਂ ਕੋਈ ਲੌਜਿਕ ਮੇਰੀ ਸਮਝ ਤੋਂ ਤਾਂ ਬਾਹਰ ਹੈ। ਇਸ ਕਾਊਂਟਰ ਕੰਪਲੇਂਟ ਵਿੱਚ ਦਿੱਤੇ ਗਏ ਬਹੁਤ ਸੀ ਗੱਲਾਂ ਬਾਤਾਂ ਲੌਜਿਕ ਤੋਂ ਪਰੇ ਹੈਗੀਆਂ ਨੇ, ਫੈਕਚੁਅਲੀ ਪ੍ਰੈਕਟੀਕਲੀ ਪੋਸੀਬਲ ਨਹੀਂ ਹੈਗੀਆਂ ਨੇ। ਲੇਕਿਨ ਆਪਾਂ ਸਮਝਦੇ ਹਾਂ ਕਿ ਵਕੀਲਾਂ ਵੱਲੋਂ ਦਿੱਤੇ ਗਏ ਰਾਏ ਮਸ਼ਵਰੇ ਤੋਂ ਬਾਅਦ ਇਨਫਲੂਐਂਸ਼ੀਅਲ ਪੱਖ ਹੈ। ਮੈਂ ਪਹਿਲਾਂ ਵੀ ਆਪਣੀ ਪਿਛਲੀ ਰਿਪੋਰਟ ਵਿੱਚ ਜ਼ਿਕਰ ਕੀਤਾ ਸੀ ਕਿ ਇਸ ਦਾ ਸਾਹਮਣਾ ਕਰਨਾ ਸੌਖਾ ਨਹੀਂ ਹੋਏਗਾ। ਇੱਕ ਦਿਨ ਦਹਾੜੇ ਹੋਏ ਕਤਲ ਕੇਸ, ਦੋਹਰੇ ਕਤਲ ਕੇਸ ਦੇ ਮਾਮਲੇ ਦੇ ਵਿੱਚ ਵੀ ਇਨਸਾਫ ਛੇਤੀ ਹੁੰਦਾ ਨਜ਼ਰ ਨਹੀਂ ਆ ਰਿਹਾ। ਪੁਲਿਸ ਉੱਤੇ ਪੋਸੀਬਲ ਦਬਾਅ ਹੋ ਸਕਦਾ ਹੈ ਕਿਉਂਕਿ ਸਰਪੰਚ ਵੀਰ ਸਿੰਘ ਕਾਂਗਰਸ ਪਾਰਟੀ ਦੇ ਨਾਲ ਜੁੜਿਆ ਹੋਇਆ ਸੀ। ਸੋ ਕੀ ਇਸ ਦੇ ਪਿੱਛੇ ਜਿਹੜੀ ਸੱਤਾਧਾਰੀ ਧਿਰ ਪੰਜਾਬ ਦੀ ਹੈ, ਉਸ ਦੇ ਕੁਝ ਲੋਕਾਂ ਦਾ ਵਜਨ ਭੂਮਿਕਾ ਹੋ ਸਕਦੀ ਹੈ। ਇਸ ਮਾਮਲੇ ਦੇ ਵਿੱਚ ਉਹਨਾਂ ਦਾ ਇੱਕ ਹਾਂ ਪੱਖੀ ਰੋਲ ਵੀ ਹੋ ਸਕਦਾ ਹੈ। ਉੱਥੋਂ ਦੇ ਸਥਾਨਕ ਵਿਧਾਇਕ, ਉੱਥੋਂ ਦੇ ਸਥਾਨਕ ਜਿਹੜੇ ਲੀਡਰ ਹੈਗੇ ਨੇ, ਉਹਨਾਂ ਨੂੰ ਇਸ ਕੇਸ ਦੇ ਵਿੱਚ ਪੁਲਿਸ ਨੂੰ ਇੱਕ ਨਿਰਪੱਖ ਫ੍ਰੀ ਐਂਡ ਫੇਅਰ ਇਨਵੈਸਟੀਗੇਸ਼ਨ ਕਰਨ ਲਈ, ਦੋਸ਼ੀਆਂ ਨੂੰ ਸਜ਼ਾ ਦੇਣ ਤੇ ਨਿਰਦੋਸ਼ੀਆਂ ਨੂੰ, ਬੇਦੋਸ਼ੇ ਲੋਕਾਂ ਨੂੰ ਜਿਨ੍ਹਾਂ ਦੇ ਨਾਂ ਕ੍ਰਾਸ FIR ਦੇ ਵਿੱਚ ਪਾਏ ਗਏ ਨੇ, ਜੋ ਕਿ ਅੱਜ ਤੱਕ ਆਪਣੇ ਘਰ ਵਾਪਸ ਨਹੀਂ ਮੁੜੇ। ਦੱਸਿਆ ਜਾਂਦਾ ਕਿ ਪਿਆਰਾ ਸਿੰਘ ਤੇ ਦੇਵ ਸਿੰਘ ਪਿੰਡ ਦੇ ਵਿੱਚ ਨਹੀਂ ਵੜ ਪਾਏ ਨੇ ਕਿਉਂਕਿ ਉਹਨਾਂ ਨੂੰ ਡਰ ਹੈ ਕਿ ਜੇ ਆਉਣਗੇ ਪੁਲਿਸ ਉਹਨਾਂ ਨੂੰ ਫੜੇਗੀ, ਉਹਨਾਂ ਨਾਲ ਸਖਤੀ ਕਰੇਗੀ, ਪੁੱਛਗਿੱਛ ਹੋਏਗੀ। ਬਜ਼ੁਰਗ ਹੈਗੇ ਨੇ, ਸਿੱਧੇ ਸਾਦੇ ਪਿੰਡ ਦੇ ਲੋਕ ਫਸ ਚੁੱਕੇ ਨੇ ਉਸ ਕ੍ਰਾਸ ਫਾਇਰ ਦੇ ਵਿੱਚ। ਪਿੰਡ ਦੀ ਪੰਚਾਇਤਾਂ ਦਾ ਰੌਲਾ, ਆਪਸ ਦੇ ਵਿੱਚ ਦੋ ਧਿਰਾਂ ਹੋਣ ਆਮੋ ਸਾਹਮਣੇ, ਉਸ ਤੋਂ ਬਾਅਦ ਸਾਜ਼ਿਸ਼ ਘੜ ਕੇ ਇੱਕ ਅਪਰਾਧਿਕ ਵਾਰਦਾਤ ਐਡੇ ਵੱਡੇ ਪੱਧਰ ਦੀ ਕਰਾਈ ਗਈ ਹੋਵੇ, ਪੂਰੇ ਪੰਜਾਬ ਵਿੱਚ ਖਬਰਾਂ ਬਣੀਆਂ ਹੋਣ ਤੇ ਉਸ ਸਾਜ਼ਿਸ਼ ਨੂੰ ਕਰਨ ਤੋਂ ਬਾਅਦ ਵੀ ਕਾਨੂੰਨੀ ਘੁੰਡੀਆਂ ਦੀ ਵਰਤੋਂ ਕਰਕੇ ਅਜੇ ਵੀ ਮੁਲਜ਼ਮਾਂ ਨੂੰ, ਮੁਜਰਮਾਂ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਜਾਰੀ ਹੈਗੇ ਨੇ। ਇਹ ਸਾਡੇ ਸਿਸਟਮ ਦੀ ਤਰਾਸਦੀ ਹੀ ਮੈਂ ਕਹਾਂਗਾ। ਇੱਥੇ ਪੁਲਿਸ ਦਾ ਰੋਲ ਠੀਕ ਹੈ, FIR ਉਹਨਾਂ ਨੇ ਕ੍ਰਾਸ ਰਜਿਸਟਰ ਕਰਨੀ ਸੀ, ਇਹ ਚੀਜ਼ ਜ਼ਰੂਰੀ ਹੈ, ਕਾਨੂੰਨ ਇਸ ਦੀ ਮੰਗ ਕਰਦਾ ਹੈ, ਤਕਾਜ਼ਾ ਕਹਿੰਦਾ ਕਿ ਠੀਕ ਹੈ, ਜੇ ਸ਼ਿਕਾਇਤਕਰਤਾ ਪੱਖ ਨੇ ਆਪਣੀ ਤਕਰੀਰ ਦਲੀਲ ਦਿੱਤੀ ਹੈ, ਉਹਨਾਂ ਕੋਲ ਕੁਝ ਤੱਥ ਨੇ, ਉਹ ਤੁਸੀਂ ਐਗਜ਼ਾਮਿਨ ਜ਼ਰੂਰ ਕਰੋ। ਲੇਕਿਨ ਇਸ ਮਾਮਲੇ ਦੇ ਵਿੱਚ ਚੂੰਕਿ ਹੁਣ ਇੱਕ ਸਪੈਸ਼ਲ ਇਨਵੈਸਟੀਗੇਟਿਵ ਟੀਮ ਬਣੀ ਹੈ, ਹੁਣ ਇੱਥੇ ਵੀ ਬੜਾ ਵੱਡਾ ਸਵਾਲ ਹੈ ਕਿ ਇੱਕ ਸਿੱਧੇ ਸਧਾਰਨ ਜੇ ਪੰਚਾਇਤ ਦਾ ਰੌਲਾ ਜੋ ਕਿ ਇੱਕ ਅਪਰਾਧਿਕ ਖੂਨੀ ਵਾਰਦਾਤ ਦੇ ਵਿੱਚ ਤਬਦੀਲ ਹੋ ਗਿਆ, ਜਿਸ ਨੂੰ ਕਿ ਥਾਣੇ ਪੱਧਰ ਉੱਤੇ ਪੁਲਿਸ ਦੀ ਕਾਰਵਾਈ ਤੋਂ ਬਾਅਦ ਹੈਂਡਲ ਕੀਤਾ ਜਾਣਾ ਚਾਹੀਦਾ, ਉਸ ਲਈ ਵੀ ਇੱਕ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾਉਣ ਦੀ ਲੋੜ ਪਈ ਹੈ। ਕਿਉਂਕਿ ਕ੍ਰਾਸ FIR ਹੋਗੀ, ਵੀਰ ਸਿੰਘ ਦੇ ਬੇਟਿਆਂ ਤੇ ਉਹਨਾਂ ਦੇ ਪੱਖ ਨੇ ਕਿਹਾ ਕਿ ਸਾਡੇ ਨਾਲ ਧੱਕਾ ਹੈ, ਸਾਡੇ ਚਸ਼ਮਦੀਦਾਂ, ਸਾਡੇ ਵਿਟਨੈਸਸ ਨੂੰ ਡਰਾਉਣ ਦੀ ਕੋਸ਼ਿਸ਼ ਹੈ। ਚੰਗੀ ਗੱਲ ਹੈ ਕਿ ਜੇ ਇੱਕ SP ਪੱਧਰ ਦੇ ਜਾਂਚ ਅਧਿਕਾਰੀ ਇਸ ਮਾਮਲੇ ਦੀ ਜਾਂਚ ਕਰਨਗੇ, ਲੇਕਿਨ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਨਾ ਸਿਰਫ ਹੋਣਾ ਚਾਹੀਦਾ ਹੈ, ਬਲਕਿ ਇਸ ਕੇਸ ਦੇ ਵਿੱਚ ਚਸ਼ਮਦੀਦਾਂ ਨੂੰ, ਵਿਟਨੈਸਸ ਨੂੰ ਡਰਾਉਣ ਦੀਆਂ ਜਿਹੜੀਆਂ ਕੋਸ਼ਿਸ਼ਾਂ ਜਾਂ ਉਹਨਾਂ ਦੇ ਉੱਤੇ ਦਬਾਅ ਇਸ ਤਰੀਕੇ ਦੇ ਕ੍ਰਾਸ ਕੇਸਿਸ ਦੇ ਨਾਲ ਪਾਉਣ ਦੀਆਂ ਕੋਸ਼ਿਸ਼ਾਂ, ਇਹ ਬਹੁਤ ਹੀ ਮੰਦਭਾਗੀਆਂ ਨੇ, ਬਹੁਤ ਹੀ ਕੰਡਮਨੇਬਲ ਹੈਗਾ। ਆਪਾਂ ਸਮਝਦੇ ਹਾਂ ਕਿ ਪੁਲਿਸ ਤੇ ਤੰਤਰ ਨੂੰ, ਸਟੇਟ ਨੂੰ ਹਮੇਸ਼ਾ ਹੀ ਬੇਦੋਸ਼ੀਆਂ ਦੇ ਨਾਲ ਖੜਨ ਦੀ ਲੋੜ ਹੈ, ਕਮਜ਼ੋਰ ਵਿਅਕਤੀਆਂ ਦੇ ਨਾਲ ਖੜਨ ਦੀ ਲੋੜ ਹੈ। ਇਸ ਕੇਸ ਦੇ ਵਿੱਚ ਇੱਕ ਧਿਰ ਨੇ ਜ਼ਿਆਦਾ ਆਪਣੇ ਰਸੂਖ ਦੀ ਵਰਤੋਂ ਕਰਦੇ ਹੋਏ, ਆਪਣੀ ਨਿਊਮੈਰੀਕਲ ਗਿਣਤੀ ਦਾ ਫਾਇਦਾ ਚੁੱਕਦਿਆਂ ਹੋਇਆ ਦੂਸਰੀ ਧਿਰ ਨੂੰ ਨਿਸ਼ਾਨਾ ਬਣਾਇਆ ਹੈ। ਜਿਹੜਾ ਬੈਨੀਫਿਟ ਆਫ ਡਾਊਟ ਹੈ ਉਹ ਉਸ ਧਿਰ ਨੂੰ ਜ਼ਰੂਰ ਮਿਲਣਾ ਚਾਹੀਦਾ ਜਿਸ ਦੇ 2 ਜੀ ਮਾਰੇ ਗਏ ਨੇ, ਇੱਕ ਫੱਟੜ ਹੋਇਆ ਹੈ ਤੇ ਬਜ਼ੁਰਗਾਂ ਨੂੰ ਤੁਸੀਂ ਇਸ ਵਕਤ ਘਰਾਂ ਤੋਂ ਭਜਾ ਕੇ ਰੱਖਿਆ ਹੋਇਆ ਹੈ। ਸੋ ਇਹ ਕੁਝ ਗੱਲਾਂ ਬਾਤਾਂ ਸੀ ਜੋ ਮੈਂ ਅੱਜ ਦੀ ਇਸ ਰਿਪੋਰਟ ਵਿੱਚ ਐਡਰੈਸ ਕਰਨਾ ਚਾਹੁੰਦਾ ਸੀ। ਲੇਕਿਨ ਜੋ ਮੈਂ FIR ਦੇ ਕੰਟੈਂਟਸ ਪੜ੍ਹੇ, ਮੈਨੂੰ ਲੱਗਾ ਕਿ ਜੇ ਮੱਥੇ ਦੇ ਵਿੱਚ ਲੱਗ ਕੇ ਵੀ ਇੱਕ ਵਿਅਕਤੀ ਵੱਲੋਂ ਗੋਲੀਆਂ ਇੱਦਾਂ ਚਲਾਈਆਂ ਜਾ ਸਕਦੀਆਂ ਨੇ, ਇਸ ਤਰੀਕੇ ਦੇ ਹਾਸੋਹੀਣੇ ਫੈਕਟਸ ਇਸ FIR ਦੇ ਵਿੱਚ ਜਾਂ ਸ਼ਿਕਾਇਤ ਦੇ ਵਿੱਚ ਦਰਜ ਕਰਵਾਏ ਗਏ ਹੋਣ, ਇਹ ਫੈਕਟ ਕਿ ਫਿਲੀਪੀਨਸ ਤੋਂ ਬੈਠ ਕੇ ਉਸ ਪਿੰਡ ਦੇ ਪੰਚਾਇਤੀ ਝਗੜੇ ਲਈ ਵੀਰ ਸਿੰਘ ਦੇ ਮੁੰਡੇ ਉਸ ਨੂੰ ਉਕਸਾਉਂਦੇ ਸੀ, ਇਹ ਸਾਫ਼ ਦਰਸਾਉਂਦਾ ਹੈ ਕਿ ਇਸ ਕੇਸ ਦੇ ਵਿੱਚ ਵੀਰ ਸਿੰਘ ਦੇ ਪਰਿਵਾਰ ਤੇ ਉਹਨਾਂ ਮੈਂਬਰਾਂ ਨੂੰ ਜੋ ਕਿ ਉਸ ਦੇ ਕੇਸ ਦੀ, ਉਸ ਦੇ ਲਈ ਹੱਕ ਦੀ, ਇਨਸਾਫ ਦੀ ਲੜਾਈ ਲੜ ਸਕਦੇ ਨੇ, ਉਹਨਾਂ ਨੂੰ ਵੀ ਦਬਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਨੇ। ਇੱਕ ਵਾਰ ਉਹਨਾਂ ਨੂੰ ਕੇਸ ਦੇ ਵਿੱਚ ਇੰਪਲੀਕੇਟ ਕੀਤਾ ਜਾਏ, ਕੇਸ ਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਨਾਮਜ਼ਦ ਹੋਣ, ਉਸ ਤੋਂ ਬਾਅਦ ਫਿਰ ਉਹਨਾਂ ਦੇ ਨਾਲ ਨੈਗੋਸੀਏਸ਼ਨ, ਬਾਰਗੇਨਿੰਗ ਹੋਵੇ। ਅਦਾਲਤ ਦੇ ਵੀ ਜਿਹੜਾ ਮੁਕੱਦਮਾ ਚੱਲਣਾ ਹੈ, ਜਿੱਥੇ ਗਵਾਹਾਂ ਸਬੂਤਾਂ ਦੀ ਕਸਲਵੱਟੀ ਉੱਤੇ ਤੋਲਿਆ ਜਾਣਾ ਹੈ, ਕਿਸੇ ਨੂੰ ਦੋਸ਼ੀ ਤੇ ਕਿਸੇ ਨੂੰ ਨਿਰਦੋਸ਼ ਕਰਾਰ ਦਿੱਤਾ ਜਾਣਾ ਹੈ, ਉਸ ਤੋਂ ਪਹਿਲਾਂ ਹੀ ਇਸ ਤਰੀਕੇ ਦੀਆਂ ਘੁੰਡੀਆਂ ਨੂੰ ਵਰਤ ਕੇ ਚਸ਼ਮਦੀਦਾਂ ਦੇ ਉੱਤੇ ਇੱਕ ਪ੍ਰੈਸ਼ਰ ਜਨਰੇਟ ਕਰਕੇ ਹਾਲਾਤ ਨੂੰ ਇਸ ਲੈਵਲ ਤੇ ਲੈ ਕੇ ਆਓ ਕਿ ਫਾਈਨਲੀ ਅਦਾਲਤ ਦੇ ਵਿੱਚ ਗਵਾਹੀਆਂ ਨਾ ਦੇ ਸਕਣ, ਗਵਾਹ ਭੁਗਤ ਨਾ ਸਕਣ ਤੇ ਫਿਰ ਜਿਹੜੇ ਮੁਲਜ਼ਮ ਹੈਗੇ ਨੇ ਉਹ ਨਿਰਦੋਸ਼ ਸਾਬਤ ਹੋ ਜਾਣ। ਅਕਸਰ ਇਸੇ ਤਰੀਕੇ ਦੇ ਨਾਲ ਹੁੰਦਾ ਵੀ ਆਇਆ ਹੈ। ਜਿੰਨੇ ਵੀ ਅਪਰਾਧ ਹੋ ਰਹੇ ਨੇ, ਚਾਹੇ ਆਰਗੇਨਾਈਜ਼ਡ ਕ੍ਰਾਈਮ, ਗੈਂਗਸਟਰਸ, ਕ੍ਰਿਮੀਨਲਸ ਵੱਲੋਂ ਹੋ ਰਹੇ ਨੇ ਜਾਂ ਫਿਰ ਅਦਰਵਾਈਜ਼ ਹੁੰਦੇ ਨੇ, ਅਖੀਰ ਦੇ ਵਿੱਚ ਸੰਗੀਨ ਤੋਂ ਸੰਗੀਨ ਜਿਹੜਾ ਗੁਨਾਹ ਵੀ ਕੀਤਾ ਜਾਂਦਾ ਹੈ, ਉਸ ਤੋਂ ਬਾਅਦ ਜਿਹੜਾ ਗੁਨਾਹਗਾਰ ਹੁੰਦਾ ਉਸ ਦੀ ਕੋਸ਼ਿਸ਼ ਇਹ ਹੁੰਦਾ ਕਿ ਅਦਾਲਤ ਦੇ ਵਿੱਚ ਕਿਸੇ ਵੀ ਤਰੀਕੇ ਦੇ ਨਾਲ ਚਸ਼ਮਦੀਦਾਂ ਤੇ ਵਿਟਨੈਸਸ ਨੂੰ ਦਬਾਇਆ ਜਾਏ ਤਾਂ ਕਿ ਉਹ ਆਪਣੀ ਗਵਾਹੀ ਤੋਂ ਮੁਕਰਨ, ਖੜੇ ਨਾ ਰਹਿਣ ਉਹਨਾਂ ਤੱਥਾਂ, ਉਹਨਾਂ ਫੈਕਟਸ ਉੱਤੇ ਜੋ ਕਿ ਅਸਲੀਅਤ ਤੇ ਸੱਚਾਈ ਹੈ। ਤੇ ਆਪਣੀ ਤੇ ਸਾਡੀ ਥੋੜੀ ਲੜਾਈ ਪੂਰੀ ਦੀ ਪੂਰੀ ਸੱਚਾਈ ਦੀ ਲੜਾਈ ਹੈ, ਜੋ ਸੱਚ ਬਾਹਰ ਆਉਣਾ ਚਾਹੀਦਾ, ਚਾਹੇ ਕਿਸੇ ਦੇ ਹੱਕ ਵਿੱਚ ਹੋਏ, ਚਾਹੇ ਕਿਸੇ ਦੇ ਅਗੇਂਸਟ ਹੋਏ। ਸੋ ਇਸ ਕੇਸ ਦੇ ਵਿੱਚ ਇਨਸਾਫ ਦੀ ਉਮੀਦ ਹੈ। ਆਸ ਕਰਾਂਗੇ ਕਿ ਇਹ ਰਿਪੋਰਟ ਅਥਾਰਟੀਜ਼ ਤੱਕ ਤੇ ਖਾਸ ਕਰਕੇ ਸਾਡੇ ਪੋਲੀਟੀਕਲ ਲੀਡਰਸ ਤੱਕ ਜ਼ਰੂਰ ਪਹੁੰਚੇ।
ਉਹਨਾਂ ਦੀ ਇੱਕ ਡਾਇਰੈਕਸ਼ਨ, ਉਹਨਾਂ ਦੀ ਦਿਸ਼ਾ ਨਿਰਧਾਰਨ ਜ਼ਰੂਰੀ ਹੈ। ਕਿਸੇ ਵੀ ਕਿਸਮ ਦਾ ਪੱਖਪਾਤ, ਕੋਈ ਦਬਾਅ ਇਸ ਕੇਸ ਦੇ ਵਿੱਚ ਨਹੀਂ ਹੋਣਾ ਚਾਹੀਦਾ। ਜੇ ਵਾਕਈ ਵੀਰ ਸਿੰਘ ਦੇ ਧਿਰ ਦਾ ਕੋਈ ਦੋਸ਼ ਸੀ ਤਾਂ ਉਹਨਾਂ ਦੇ ਲੋਕਾਂ ਨੂੰ ਵੀ ਸਜ਼ਾ ਮਿਲਣੀ ਬਣਦੀ ਹੈ। ਲੇਕਿਨ ਇਸ ਤਰੀਕੇ ਦੇ ਹਾਸੋਹੀਣੇ ਫੈਕਟਸ, ਤੱਥਾਂ ਉੱਤੇ ਆਧਾਰਿਤ ਤੇ ਇੱਕ ਪੂਰੀ ਦੀ ਪੂਰੀ ਸਾਜ਼ਿਸ਼ਨ ਇੱਕ ਦਰਜ ਕਰਵਾਈ ਗਈ ਕ੍ਰਾਸ FIR ਕਈ ਸਵਾਲ ਖੜੇ ਕਰਦੀ ਹੈ, ਜਿਨ੍ਹਾਂ ਨੂੰ ਐਡਰੈਸ ਹੋਪਫੁਲੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਕਰੇਗੀ। ਸੋ ਅੱਜ ਦੀ ਰਿਪੋਰਟ ਦੇ ਵਿੱਚ ਮੈਂ ਇਹੀ ਗੱਲਬਾਤ ਕਰਨਾ ਚਾਹੁੰਦਾ ਸੀ। ਬਹੁਤ ਬਹੁਤ ਧੰਨਵਾਦ। ਅਗਲੀਆਂ ਰਿਪੋਰਟਾਂ ਬੜੀਆਂ ਇੰਪੋਰਟੈਂਟ, ਕ੍ਰਿਟੀਕਲ ਹੈਗੀਆਂ ਨੇ, ਲੈ ਕੇ ਛੇਤੀ ਹਾਜ਼ਰ ਹੋਵਾਂਗਾ।